ਜੇ ਆਪਾਂ ਕਰਨਾ ਆ ਟੈਕਸੇਬਲ ਈਵੈਂਟ ਅੰਡਰ ਜੀਐਸਟੀ ਮਤਲਬ ਕਦੋਂ ਜੀਐਸਟੀ ਐਕਟ ਦੇ ਮੁਤਾਬਿਕ ਟੈਕਸ ਲੱਗੂਗਾ। ਠੀਕ ਆ, ਉਸ ਤੋਂ ਪਹਿਲਾਂ ਤੁਹਾਡਾ ਇਹ ਚੀਜ਼ ਸਮਝਣੀ ਜ਼ਰੂਰੀ ਆ ਕਿ ਇੰਸੀਡੈਂਸ ਆਫ ਟੈਕਸ ਕੀ ਹੁੰਦਾ ਆ। ਫਿਲਹਾਲ ਇਹਨਾਂ ਯਾਦ ਰੱਖਿਓ, ਜਿਹੜੀ ਜੀਐਸਟੀ ਆ ਉਹ ਗੁਡਸ 'ਤੇ ਵੀ ਲੱਗਦੀ ਆ ਔਰ ਸਰਵਿਸਿਜ਼ 'ਤੇ ਵੀ ਲੱਗਣੀ ਆ। ਜਿਹੜੀ ਜੀਐਸਟੀ ਆ ਉਹ ਗੁਡਸ 'ਤੇ ਵੀ ਲੱਗਦੀ ਹੈ, ਸਰਵਿਸ ਦੀ ਸਪਲਾਈ 'ਤੇ ਵੀ ਲੱਗਦੀ ਹੈ, ਦੋਨਾਂ 'ਤੇ ਹੀ ਲੱਗਦੀ ਹੈ। ਇੰਸੀਡੈਂਸ ਆਫ ਟੈਕਸ ਦਾ ਮਤਲਬ ਕੀ ਆ ਕਿ ਕਦੋਂ ਟੈਕਸ ਲੱਗਣਾ ਆ। ਲੈਵਿਡ ਦਾ ਮਤਲਬ ਹੁੰਦਾ ਲੱਗਣਾ, ਜਾਂ ਇੰਸੀਡੈਂਸ ਆਫ ਟੈਕਸ ਦਾ ਮਤਲਬ ਕਿ ਟਾਈਮ ਡਿਟਰਮਾਈਨ ਕਰਨਾ ਕਿ ਕਦੋਂ ਟੈਕਸ ਲਗਾ ਦਿੱਤਾ ਗਿਆ ਹੈ। ਇੰਪੈਕਟ ਆਫ ਟੈਕਸ ਦਾ ਮਤਲਬ ਕੀ ਹੁੰਦਾ ਕਿ ਜਿਹੜਾ ਟੈਕਸ ਦਾ ਬਰਡਨ ਆ ਉਹ ਐਕਚੁਅਲੀ ਕੌਣ ਫੇਸ ਕਰੂਗਾ। ਠੀਕ ਹੈ, ਉਹ ਕੰਜ਼ਿਊਮਰ ਹੁੰਦਾ ਮੋਸਟਲੀ ਇਨਡਾਇਰੈਕਟ ਟੈਕਸ ਦੇ ਵਿੱਚ। ਇੰਸੀਡੈਂਸ ਆਫ ਟੈਕਸ ਦਾ ਮਤਲਬ ਉਹੀ ਆ ਕਿ ਟੈਕਸ ਡਿਟਰਮਾਈਨ ਕਦੋਂ ਕਰਨਾ, ਉਹੀ ਇਸ ਚੈਪਟਰ 'ਚ ਆਪਾਂ ਡਿਟੇਲ 'ਚ ਕਰਨਾ ਕਿ ਕਿਹੜੀ ਚੀਜ਼ ਹੋਣ 'ਤੇ ਜਿਹੜੀ ਜੀਐਸਟੀ ਉਹ ਲਗਾ ਦਿੱਤੀ ਜਾਊਗੀ। ਠੀਕ ਆ, ਇੰਸੀਡੈਂਸ ਆਫ ਟੈਕਸ ਦਾ ਮਤਲਬ ਕਿ ਡਿਟਰਮਾਈਨ ਕਰਨਾ ਟੈਕਸੇਬਲ ਈਵੈਂਟ ਕਿ ਕਦੋਂ ਕਿਹੜੀ ਚੀਜ਼ ਹੋਣ 'ਤੇ ਟੈਕਸ ਲਗਾਇਆ ਜਾਊਗਾ। ਟੈਕਸ ਏਬਲ ਮਤਲਬ ਵੀ ਆਰ ਏਬਲ ਟੂ ਟੈਕਸ ਦਾ ਈਵੈਂਟ, ਅਸੀਂ ਉਹ ਈਵੈਂਟ ਫਾਈਂਡ ਕਰਨਾ ਜਦੋਂ ਉਹ ਟੈਕਸ ਲਗਾਇਆ ਜਾ ਸਕਦਾ ਆ। ਐਕਸਾਈਜ਼ ਡਿਊਟੀ ਕਦੋਂ ਲੱਗਦੀ ਹੈ, ਜਦੋਂ ਗੁੱਡਸ ਮੈਨੂਫੈਕਚਰ ਹੋ ਗਈਆਂ। ਸੀਐਸਟੀ ਕਦੋਂ ਲੱਗਦੀ ਸੀ, ਜਦੋਂ ਇੰਟਰਸਟੇਟ ਸੇਲ ਹੋਈ ਹੈ। ਸਰਵਿਸ ਟੈਕਸ ਕਦੋਂ ਲੱਗਦਾ ਸੀ, ਜਦੋਂ ਗੁੱਡਸ ਜਿਹੜੀ ਸਰਵਿਸਿਸ ਆ ਉਹ ਦਿੱਤੀਆਂ ਜਾਂਦੀਆਂ ਸੀ। ਵੈਟ ਕਦੋਂ ਲੱਗਦਾ ਸੀ, ਜਦੋਂ ਇੰਟਰਸਟੇਟ ਸਪਲਾਈ ਹੁੰਦੀ ਸੀ। ਕਸਟਮ ਡਿਊਟੀ ਕਦੋਂ, ਜਦੋਂ ਇੰਪੋਰਟ ਅਤੇ ਐਕਸਪੋਰਟ ਹੁੰਦਾ ਸੀ। ਹੁਣ ਜੀਐਸਟੀ ਦੇ ਵਿੱਚ ਟੈਕਸੇਬਲ ਈਵੈਂਟ ਕੀ ਆ, ਜਦੋਂ ਗੁੱਡਸ ਦੀ ਜਾਂ ਸਰਵਿਸਿਜ਼ ਦੀ ਸਪਲਾਈ ਕੀਤੀ ਜਾਊਗੀ ਉਦੋਂ ਜੀਐਸਟੀ ਲੱਗ ਜਾਂਦਾ ਹੈ। ਔਨ ਦ ਹੈਪਨਿੰਗ ਆਫ ਟੈਕਸਏਬਿਲਿਟੀ ਟੈਕਸ ਲੈਵਿਡ ਕਰ ਦਿੱਤਾ ਜਾਂਦਾ ਅਤੇ ਟੈਕਸ ਪੇਬਲ ਹੋਊਗਾ, ਔਰ ਇਹ ਲੱਗਣਾ ਕਦੋਂ, ਜਦੋਂ ਗੁੱਡਸ ਅਤੇ ਸਰਵਿਸ ਦੀ ਕੀ ਹੋਊਗੀ ਸਪਲਾਈ। ਠੀਕ ਹੈ, ਹੁਣ ਆਪਾਂ ਦੇਖਣਾ ਡਿਟਰਮਾਈਨ ਕਰਨਾ। ਹੁਣ ਤੁਸੀਂ ਦੇਖੋਗੇ ਕਿ ਮੈਂ ਟੈਕਸ ਜਿਹੜਾ ਲਾਣਾ ਉਹ ਗੁੱਡਸ 'ਤੇ ਲੱਗਣਾ ਕਿ ਸਰਵਿਸ 'ਤੇ ਲੱਗਣਾ, ਔਰ ਉਹਦੇ ਲਈ ਸਾਨੂੰ ਕੀ ਡਿਟਰਮਾਈਨ ਕਰਨਾ ਪਊਗਾ, ਟ੍ਰਾਂਜੈਕਸ਼ਨ ਦਾ ਨੇਚਰ। ਅਗਰ ਅਸੀਂ ਟੈਕਸੇਬਲ ਈਵੈਂਟ ਪਤਾ ਕਰਨਾ ਚਾਹੁੰਦੇ ਕਿ ਕਦੋਂ ਟੈਕਸ ਲੱਗੂਗਾ ਤਾਂ ਇਹ ਪਤਾ ਹੋਣਾ ਚਾਹੀਦਾ ਕਿਹੜੀ ਸਪਲਾਈ ਆ ਉਹ ਗੁੱਡਸ ਦੀ ਹੋਈ ਆ ਜਾਂ ਵੀ ਜਿਹੜੀ ਸਪਲਾਈ ਆ ਉਹ ਗੁੱਡਸ ਦੀ ਹੋਈ ਆ ਜਾਂ ਫਿਰ ਸਰਵਿਸ ਦੀ ਹੋਈ ਆ। ਠੀਕ ਆ, ਔਰ ਤਿੰਨਾਂ 'ਤੇ ਟੈਕਸ ਲੱਗਦਾ, ਚਾਹੇ ਗੁੱਡਸ ਦੀ ਸਪਲਾਈ ਹੋਵੇ, ਚਾਹੇ ਸਰਵਿਸ ਦੀ ਸਪਲਾਈ ਹੋਵੇ, ਚਾਹੇ ਬੂਥ ਗੁੱਡਸ ਅਤੇ ਸਰਵਿਸ ਦੀ ਸਪਲਾਈ ਹੋਵੇ। ਟੈਕਸ ਤਿੰਨਾਂ 'ਤੇ ਲੱਗੂਗਾ, ਬਟ ਸਾਨੂੰ ਨੇਚਰ ਡਿਟਰਮਾਈਨ ਕਰਨਾ ਪਊਗਾ ਕਿ ਜਿਹੜੀ ਚੀਜ਼ ਦੀ ਸਪਲਾਈ ਕੀਤੀ ਆ ਉਹ ਗੁੱਡਸ ਆ ਜਾਂ ਸਰਵਿਸ। ਹੁਣ ਆਪਾਂ ਡਿਟਰਮਾਈਨ ਕਰਨਾ ਸਭ ਤੋਂ ਪਹਿਲਾਂ ਕਿ ਜੀਐਸਟੀ ਦੇ ਅੰਡਰ ਗੁੱਡਸ ਕੀ ਨੇ ਅਤੇ ਸਰਵਿਸ ਕੀ ਹੈ। ਵੈਸੇ ਇਹ ਸਾਰੀਆਂ ਚੀਜ਼ਾਂ ਤੁਸੀਂ ਜਾਣਦੇ ਹੋ, ਕੋਈ ਨਵੀਂ ਚੀਜ਼ ਨਹੀਂ ਹੈਗੀ। ਗੁੱਡਸ ਦਾ ਮਤਲਬ ਆ ਕੋਈ ਵੀ ਮੂਵੇਬਲ ਪ੍ਰੋਪਰਟੀ ਜਿਹ 'ਚ ਮਨੀ, ਸਿਕਿਉਰਿਟੀ, ਡਿਬੈਂਚਰ, ਇੰਟਰਸਟ ਨਹੀਂ ਆਉਂਦੇ, ਬਟ ਐਕਸ਼ਨੇਬਲ ਕਲੇਮ ਜਾਂ ਜਿਹੜੀ ਕ੍ਰੌਪਸ ਜਾਂ ਕਹਿ ਲਓ ਤੁਸੀਂ ਫਸਲਾਂ ਜਿਹੜੀਆਂ ਉਗਾਉਂਦੇ ਹੋ ਖੇਤਾਂ 'ਚ, ਉਹ ਸਾਰੀਆਂ ਆਉਂਦੀਆਂ ਨੇ ਗੁੱਡਸ ਦੇ ਵਿੱਚ। ਠੀਕ ਆ, ਸਭ ਤੋਂ ਪਹਿਲਾਂ ਦਿੱਤਾ ਹੈ ਗੁੱਡਸ ਮੂਵੇਬਲ ਹੋਣੇ ਚਾਹੀਦੇ, ਜਿਹੜੇ ਇੱਕ ਥਾਂ ਦੂਜੇ 'ਤੇ ਮੂਵ ਹੋ ਸਕਦੀਆਂ, ਜਿਵੇਂ ਕ੍ਰੌਪਸ ਕੱਟਣ ਤੋਂ ਬਾਅਦ ਮੂਵ ਹੋ ਜਾਂਦੇ ਆ, ਗਰਾਸ ਜਾਂ ਕੋਈ ਫਰੂਟਸ ਜਾਂ ਵਿੱਚ ਟੇਬਲਸ ਵਗੈਰਾ। ਠੀਕ ਆ, ਬਟ ਡੈਮ, ਬਿਲਡਿੰਗ, ਟਰੀਜ਼ ਇਹ ਇਮੂਵੇਬਲ ਗੁੱਡਸ ਨੇ, ਇਸ ਲਈ ਗੁੱਡਸ ਦੀ ਕੈਟਾਗਰੀ 'ਚ ਨਹੀਂ ਆਉਂਦੀਆਂ। ਉਸ ਤੋਂ ਬਾਅਦ ਇੰਟੈਂਜੀਬਲ ਗੁੱਡਸ ਵੀ ਆਉਂਦੇ ਆ, ਕਾਪੀਰਾਈਟ ਅਤੇ ਟ੍ਰੇਡਮਾਰਕ ਇਹ ਵੀ ਗੁੱਡਸ ਨੇ। ਐਕਸ਼ਨੇਬਲ ਕਲੇਮ ਵੀ ਗੁੱਡਸ ਨੇ, ਜਦੋਂ ਆਪਾਂ ਕਿਸੇ ਦੀ ਗਰੰਟੀ ਵਗੈਰਾ ਦੇ ਦਿੰਦੇ ਹਾਂ ਜਾਂ ਆਪਾਂ ਕਹਿੰਦੇ ਜੇ ਇਹ ਇਵੈਂਟ ਹੋ ਗਿਆ ਤਾਂ ਮੈਂ ਪੇਮੈਂਟ ਕਰਨ ਲਈ ਤਿਆਰ ਹਾਂ, ਉਸ ਸਾਰੀਆਂ ਚੀਜ਼ਾਂ। ਅਗਰ ਆਪਾਂ ਕੋਈ ਚੀਜ਼ ਇੰਸਟਾਲਮੈਂਟ 'ਤੇ ਲੈਂਦੇ ਹਾਂ, ਚਾਹੇ ਉਹ ਹਾਇਰ ਪਰਚੇਜ਼ ਹੋਵੇ ਚਾਹੇ ਫਾਈਨੈਂਸ਼ੀਅਲ ਲੀਜ਼ ਹੋਵੇ। ਹਾਇਰ ਪਰਚੇਜ਼ ਕਹਿੰਦਾ ਜਦੋਂ ਤੁਸੀਂ ਕਿਸੇ ਵਹੀਕਲ ਨੂੰ ਪਰਚੇਜ਼ ਕੀਤਾ ਇੰਸਟਾਲਮੈਂਟ 'ਤੇ, ਬਟ ਤੁਹਾਨੂੰ ਓਨਰਸ਼ਿਪ ਕਦੋਂ ਮਿਲੂਗੀ, ਜਦੋਂ ਤੁਸੀਂ ਲਾਸਟ ਇੰਸਟਾਲਮੈਂਟ ਦਿਓਗੇ। ਇਸ ਕੇਸ ਦੇ ਵਿੱਚ ਵੀ ਸਪਲਾਈ ਆਫ ਗੁੱਡਸ ਮੰਨ ਲਿਆ ਜਾਂਦਾ ਹੈ ਫਿਊਚਰ ਡੇਟ 'ਤੇ, ਵੀ ਜਦੋਂ ਤੁਸੀਂ ਲਾਸਟ ਇੰਸਟਾਲਮੈਂਟ ਪੇ ਕਰ ਦੋਗੇ ਉਦੋਂ ਸਪਲਾਈ ਆਫ ਗੁੱਡਸ ਹੋ ਜਾਊਗੀ। ਸਿਕਿਉਰਿਟੀ ਨਾ ਤਾਂ ਗੁੱਡਸ ਹੁੰਦੀਆਂ ਨੇ ਨਾ ਇਹ ਸਰਵਿਸ ਹੁੰਦੀਆਂ ਨੇ, ਇਸ ਲਈ ਗੁੱਡਸ ਵਾਲੀ ਕੈਟਾਗਰੀ ਤੋਂ ਐਕਸਕਲੂਡ ਨੇ। ਜੇ ਸਰਵਿਸ ਨਹੀਂ ਤਾਂ ਸਰਵਿਸ ਕੈਟਾਗਰੀ 'ਚ ਵੀ ਐਕਸਕਲੂਡ ਨੇ, ਮਤਲਬ ਸਿਕਿਉਰਿਟੀ 'ਤੇ ਜੀਐਸਟੀ ਨਹੀਂ ਲੱਗਦਾ। ਸਪਲਾਈ ਆਫ ਮਨੀ ਇਹ ਵੀ ਨਾ ਗੁੱਡਸ ਨੇ ਅਤੇ ਨਾ ਸਰਵਿਸ ਆ, ਇਸ ਲਈ ਜੀਐਸਟੀ ਦੀ ਡੈਫੀਨੇਸ਼ਨ 'ਚੋਂ ਬਾਹਰ ਆ ਫਿਲਹਾਲ। ਠੀਕ ਹੈ, ਇੰਟਰਸਟ, ਡਿਵੀਡੈਂਡ ਕੋਈ ਮਿਲਿਆ ਤੁਹਾਨੂੰ ਵਗੈਰਾ, ਇਹ ਸਾਰੀਆਂ ਚੀਜ਼ਾਂ ਨੇ ਜਿਹੜੀ ਮਨੀ ਆ। ਠੀਕ ਆ, ਉਹਦੀ ਸਪਲਾਈ ਹੋਵੇ ਤਾਂ ਉਹਦੇ 'ਤੇ ਕਦੇ ਵੀ ਜੀਐਸਟੀ ਨਹੀਂ ਲੱਗਦਾ, ਇਸ ਲਈ ਇੰਟਰਸਟ, ਡਿਵੀਡੈਂਡ, ਬੋਰਿੰਗ ਵਗੈਰਾ ਪ੍ਰੋਫਿਟ 'ਤੇ ਵੀ ਜੀਐਸਟੀ ਨਹੀਂ ਲੱਗਦਾ। ਰਿਫਰੇਨ ਫਰੋਮ ਐਕਟ, ਅਗਰ ਕੋਈ ਐਸੀ ਚੀਜ਼ ਹੈ ਜਿਹੜੀ ਤੁਹਾਨੂੰ ਸਪਲਾਈ ਕਰਨ ਤੋਂ ਰੋਕਦੀ ਆ, ਅਗਰ ਉਹ ਚੀਜ਼ ਤੁਸੀਂ ਕਰ ਦੋਗੇ ਤੁਹਾਨੂੰ ਸਪਲਾਈ ਹੋ ਜਾਊਗੀ, ਤਾਂ ਉਹ ਚੀਜ਼ ਵੀ ਸਾਡੀ ਕੀ ਸਪਲਾਈ ਆਫ ਸਰਵਿਸ, ਔਰ ਉੱਤੇ ਕੀ ਲੱਗੂਗਾ ਟੈਕਸ।
ਜਿਵੇਂ ਡੀਮਰਸ ਚਾਰजेस ਆ, ਰੇਲਵੇ ਵਾਲੇ ਕਹਿੰਦੇ ਪੇ ਕਰੋ ਤੇ ਆਪਣੇ ਗੁੱਡਸ ਲੈ ਜਾਓ, ਤਾਂ ਉਹ ਤੋਂ GST ਲੱਗੂਗਾ। ਹੋਟਲ ਤੁਸੀਂ ਚੀਜ਼ਾਂ रूम बुक करा लिया या कोई होर चीज़ बुक करा ली, कोई कमरा, कोई डिनर वगैरह लिए कुछ बुक किया या एयरलाइन कोई बुक कर ली, उन्होंने कैंसल कराना चाहते हो तो कैंसलेशन चार्जिस भी GST, लेट डिलीवरी चार्जिस भी GST लगूगा, नॉन कंपीटेटिव फीस भी GST लगूगा। अगर तुम कोई एडवांस तो किसी ने फॉरफिट कर लिया, जब्त कर लिया, वो भी GST लगूगा। अगर कोई दूजी ओपोजिट पार्टी कहते कि मैं कोर्ट च अपेयर नहीं होना, इसलिए मैंने इन्नी पैसा या कोई बाहर सैटलमेंट कर लेंगे, उत्ते भी GST है। अगर तुम कोई कॉन्ट्रैक्ट तोड़ दो, पेनल्टी लगती है, वो भी GST है। वर्क कॉन्ट्रैक्ट एक सर्विस आ और ये भी GST लगूगी जो जो वर्क कॉन्ट्रैक्ट पूरा कंप्लीट हो जाऊगा। सर्विस का मतलब की है गुड्स तो बिना जी भी चीज़ बची हो सर्विस है, ठीक है। सर्विस एक इकनॉमिक एक्टिविटी है, जिहड़ी सर्विस आ उहदे नाल किसी न किसी चीज़ दे विच या गुड्स दे विच वैल्यू एडिशन हुंदी है। ये इंटेंजिबल होंदे, इन्हां नूं सीन नहीं किया जा सकता, ये पैरिशेबल हो जाते, हुण लै लो नहीं तो ये खत्म हो, ठीक है। सप्लाई की है जिहड़ी सैक्शन नंबर 7 दे विच एक्सप्लेन की गई है गुड्स बारे, वो सप्लाई है। ये बाटर सिस्टम हो सकता है, एक्सचेंज हो सकता है, लाइसेंस ले सकते हैं या कोई भी ऐसी चीज़ जिहदे लई मैं पैसा दिता तो वो चीज़ ले ली या पैसा दिता तो वो सर्विस ले ली, ठीक है। वो सारिया चीज़ां सर्विस च आ जांदियां ने। जिहड़ी चीज़ सर्विस एक्ट के अंडर मैंशन नहीं हैगी वो सर्विस दे विच नहीं आऊगी, तो ना ही उसकी सप्लाई मनी जाऊगी। डीम्ड सप्लाई का मतलब की होंदा, अगर कोई भी चीज़ गुड्स नहीं बट कोई ना कोई सप्लाई की गई है तो उन्होंने सर्विस मन लिया जाऊगा। उस बाद असैंशियल करैक्टरिस्टिक्स ऑफ सप्लाई, सप्लाई होनी जरूरी है, चाहे वो गुड्स की हो चाहे सर्विस की हो चाहे दोनों की हो, और वो कंसीडरेशन यानी कि पैसा इन रिटर्न तुसीं कुछ ना कुछ दिता हो और वो फर्दर बिजनेस लिए यूज़ हो या कंज्यूम कर लिया जाए, और वो टैक्सेबल होगा, चाहे टैक्सेबल सप्लाई हो चाहे टैक्सेबल टैरेटरी सप्लाई हो या जी टैक्सेबल आ एक टैक्सेबल परसन द्वारा जां तो टैक्सेबल सप्लाई हो या टैक्सेबल टैरेटरी सप्लाई की गई हो या टैक्सेबल परसन द्वारा की गई हो, ठीक है। सप्लाई कैन बी गुड्स एंड सर्विस दोनों भी हो सकती हैं। जे सप्लाई की है गुड्स की, चाहे वो इंटरस्टेट है चाहे इंट्रास्टेट है, दोनों के टैक्स लगूगा। इन्हें एग्जाम्पल दी है, जॉय सप्लायर से पंजाब का, उन्हें मनीष नूं सेल की है जो पंजाब च है, तो इंट्रास्टेट सॉरी इंट्रा तो CGST तो SGST लगूगा। सप्लाई ऑफ सर्विस है जॉय पंजाब का है, तो जो दूजा है हरियाणे का है, तो इंटरस्टेट लगूगा, IGST लग जाना। सप्लाई गुड्स से सर्विस दोनों की भी हो सकती है। फॉर एग्जाम्पल तुम कार लैन जाते हो, जो कार लैन हो कार तक की है गुड्स, बट वो कार की सर्विस वगैरह तुम करके देंगे, वॉशिंग वगैरह करके देंगे, वो मेनटेनेंस वगैरह या रिपेयर वगैरह वो सारी सर्विस है। यानी कि जो आप कार लैने तो गुड्स से सर्विस दोनों सप्लाई की जांदियां ने, ये भी साड़ी सप्लाई है, ठीक है। कंपोजिट सप्लाई है जी वो चीज़ होंगी है जो असी किसी चीज़ को डिफर नहीं कर सकते, मतलब तोड़ नहीं सकते। जे असी एक चीज़ लवांगे तो दूजी ऑटोमैटिकली नाल आ जाती है, जे सर्विस लवांगे तो गुड्स आ जाती है, जो गुड्स लवांगे तो सर्विस ऑटोमैटिकली नाल आती है, उन्होंने डिफरेंशिएट नहीं कर सकते। सब उन्होंने कहते कंपोजिट सप्लाई, ठीक है। सप्लाई ऑफ गुड्स की भी हो सकती है, सर्विस की हो सकती है, दोनों किस्त हो सकती है। कंपोजिट सप्लाई मिक्स सप्लाई, कंपोजिट का मतलब होंगे वैन एक तो ज़्यादा सप्लाई की जाती, जो तुम एयरवे टिकट बुक करते हो तो एयरपोर्ट पर लॉन्च सर्विस भी होंदी है, फूड भी सर्व किया जाता है, ट्रांसपोर्ट भी होंगे, फ्री इंश्योरेंस भी होंगी है, इसलिए कंपोजिट सप्लाई है, ठीक है। उस तो बाद मिक्स सप्लाई की होंगी है, जो आप एक तो ज़्यादा चीज़ां इकट्ठियां बंडल करके उन्होंने दे देंगे हैं। कंपोजिट सप्लाई का मतलब कि जो दो या दो तो ज़्यादा सप्लाइयाँ कंबीनेशन के की जाती है, गुड्स ते सर्विस दोनों इंकलूड करके देंगे हैं, और वो नैचुरली बंडल होंगे, उन्होंने डिवाइड नहीं किया जा सकता। एयरवे की या एयरपोर्ट से कोई ट्रांसपोर्ट की टिकट लैने हो, मैं कैनेडा तो अमेरिका जाना या इंडिया तो कैनेडा जाना, तो वो फूड की है गुड्स दिता जाता थोनों, तो जी थोड़ी ट्रांसपोर्ट के चार्जिज वो सर्विस है, इसलिए कंपोजिट सप्लाई है। प्रिंसीपल सप्लाई जी हैगी वो हैगी एयरवे टिकट, ठीक है। जी चीज़ एक दूजे कंबाइन हो, तुम कार ही लैन गए वो भी कंपोजिट सप्लाई है, वो कार में बिना वॉश किए थोनों देणगे नहीं, तो दोनों एक दूजे के नाल अटैच ने, ठीक है। प्रिंसीपल सप्लाई कार है बेशक, बट नाल सर्विस की वो इन एडिशन च आ गई, तो इन्हू कंपोजिट सप्लाई कहते। नीचे कार वाली ही एग्जाम्पल उन्हें दोबारा ले ली कि जॉय सीगा, उन्हें मकैनिक को रिपेयर लिए कार भेजी, हम मकैनिक ने रिपेयर की, रिपेयर करना एक सर्विस है, बट वो अगर कोई इक्विपमेंट या कोई भी पार्ट टुटिया होया तो उन्होंने रिप्लेस करना होया तो वो की होगी गुड्स, तो गुड्स से रिपेयर दोनों की है कंबाइन च आ रहा, तो की है कंपोजिट सप्लाई है, ठीक है। उस तो इलावा इन्होंने इदां दी एग्जाम्पल लिया, अगर टीवी कॉन्ट्रैक्टर आ टीवी सप्लाई करता नाल वो वारंटी भी दिंदा, रिपेयर वगैरह भी दिंदा आ,
ਟਾਈਮ ਟੂ ਟਾਈਮ ਸਰਵਿਸ ਵੀ ਪ੍ਰੋਵਾਈਡ ਕਰਦਾ ਹੈ, ਉਹ ਸਾਰੀਆਂ ਚੀਜ਼ਾਂ। ਇਸੇ ਤਰ੍ਹਾਂ ਟਰੈਵਲ ਟਿਕਟ ਦੁਬਾਰਾ ਆ ਗਿਆ, ਅਗਰ ਕੋਈ ਬੰਦਾ ਮੁੰਬਈ ਤੋਂ ਦਿੱਲੀ ਟਰੈਵਲ ਕਰ ਰਿਹਾ ਵਾ 에ਅਰਪਲੇਨ ਦੇ ਵਿੱਚ ਤਾਂ ਉਹਨੂੰ ਫੂਡ ਵਗੈਰਾ ਵੀ ਨਾਲ ਮਿਲੂਗਾ, ਠੀਕ ਆ। ਤਾਂ ਇਹ ਕੰਪੋਜ਼ਿਟ ਸਪਲਾਈ ਆ, ਇਹਨੂੰ ਪੜ੍ਹ ਲਿਓ। ਮਿਕਸ ਸਪਲਾਈ ਆਪਾਂ ਕੱਲ੍ਹ ਨੂੰ ਕਰ ਲਾਂਗੇ।